एक कहावत है, जहाँ चाह वहाँ राह, वेयर देर इज़ ए विल देर इज़ ए वे। इंसान कुछ ठान लवे करके दिखांदा है। ऐसा ही एक बड़ा वड्डा प्रण, एक बड़ा वड्डा सुपना लिया है सरदार अवतार सिंह विरदी होरां ने, ਜਿਹੜੇ ਮੇਰੇ ਨਾਲ ਇਸ ਵੇਲੇ ਲਾਈਨ 'ਤੇ ਨੇ। ਇਹਨਾਂ ਬਾਰੇ ਮੈਂ ਛੋਟੀ ਜਿਹੀ ਇੰਟਰੋਡਕਸ਼ਨ ਦੇ ਦੇਵਾਂ। ਬ੍ਰਿਟਿਸ਼ ਕੋਲੰਬੀਆ ਤੋਂ ਨੇ ਔਰ ਇਹਨਾਂ ਨੇ ਸੇਂਟ ਜੌਨ ਤੋਂ ਕੈਨੇਡਾ ਦੇ ਬਿਲਕੁਲ ਦੂਜੇ ਸਿਰੇ ਤੋਂ ਆਪਣੀ ਇੱਕ ਯਾਤਰਾ ਸ਼ੁਰੂ ਕੀਤੀ ਹੈ, ਇੱਕ ਪੈਦਲ ਮਾਰਚ ਸ਼ੁਰੂ ਕੀਤਾ ਹੈ ਕੈਂਸਰ ਦੀ ਅਵੇਅਰਨੈਸ ਦੇ ਵਾਸਤੇ। ਇਸ ਮੁਲਕ ਦੇ ਵਿੱਚ, ਇਸ ਸੰਸਾਰ ਦੇ ਵਿੱਚ ਕੈਂਸਰ ਨਾਲ ਪੀੜਤ ਲੋਕ, ਕੈਂਸਰ ਨਾਲ ਜਾਣ ਵਾਲੀਆਂ ਜਾਨਾਂ, ਇਹ ਕਮੀ ਨਹੀਂ ਆ ਰਹੀ। ਬੜੀ ਰਿਸਰਚ ਹੋ ਰਹੀ ਹੈ, ਬਹੁਤ ਸਾਰੇ ਨਵੇਂ ਤੋਂ ਨਵੇਂ ਇਲਾਜ, ਦਵਾਈਆਂ, ਬਹੁਤ ਕੁਛ ਆ ਰਿਹਾ ਹੈ, ਲੇਕਿਨ ਹਜੇ ਵੀ ਇੱਕ ਐਸੀ ਨਾਮੁਰਾਦ ਬਿਮਾਰੀ ਹੈ ਜਿਸ ਨੂੰ ਲੱਗ ਜਾਵੇ ਉਹ ਵਿਅਕਤੀ ਜਾਂ ਉਹਦਾ ਪਰਿਵਾਰ, ਉਹਦੇ ਸਕੇ ਸੰਬੰਧੀ ਉਹੀ ਜਾਣ ਸਕਦੇ ਹੈ ਕਿ ਕਿੰਨੀ ਭੈੜੀ ਇਹ ਬਿਮਾਰੀ ਹੈ। ਕੈਂਸਰ ਦੇ ਬਹੁਤ ਸਾਰੇ ਵੱਖੋ ਵੱਖਰੇ ਰੂਪ ਹਨ, ਪ੍ਰਕਾਰ ਹਨ। ਕੁਝ ਕੈਂਸਰ ਨਾਰਮਲ ਹੈ, ट्रीटेबल है, क्योरेबल है। कुछ कैंसर ऐसा है जिहड़ा क्योरेबल है नहीं। डॉक्टर, रिसर्चर्स सब लोग आपो अपना काम कर रहे हैं। असीं भी कई बार फंड रेजिंग की है प्रिंसैस मार्गरेट हॉस्पिटल दे लई, वन ऑफ द बेस्ट हॉस्पिटल इन द वर्ल्ड। आपो अपने तरीके नाल सब लोग योगदान पा रहे हैं। ऐसा ही एक योगदान पान लगे है अवतार सिंह विरदी होरी भी। की है इन्हां दा इह जिहड़ा मिशन, आओ ਉਹਦੀ ਕਰੀਏ ਗੱਲਬਾਤ। ਵਿਰਦੀ ਸਾਹਿਬ, ਤੁਹਾਡਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੈਣੀ ਸਾਹਿਬ, ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਔਰ ਪਹਿਲਾਂ ਤਾਂ ਤੁਸੀਂ ਆਪਣੇ ਬਾਰੇ ਦੱਸੋ, ਆਪਣੀ ਪਿਛੋਕੜ ਬਾਰੇ ਦੱਸੋ। ਕਿਸ ਤਰ੍ਹਾਂ ਤੁਸੀਂ ਇਹ ਜਿਹੜਾ ਅੱਜ ਪ੍ਰਣ ਲੈ ਕੇ ਕੱਲ੍ਹ ਦੇ ਤੁਰੇ ਹੋ? ਵੈਸੇ ਤਾਂ ਤੁਸੀਂ ਕੱਲ੍ਹ ਸ਼ੁਰੂ ਕਰ ਦਿੱਤੀ ਆਪਣੀ ਜਿਹੜੀ ਇਹ ਯਾਤਰਾ। ਤੁਸੀਂ ਪੈਦਲ ਆ ਰਹੇ ਹੋ, ਸਾਰੇ ਕੈਨੇਡਾ 'ਚੋਂ ਤੁਸੀਂ ਗੁਜ਼ਰਨਾ ਹੈ, ਲੰਘਣਾ ਹੈ, ਇੱਕ ਸ਼ੋਰ ਤੋਂ ਕੈਨੇਡਾ ਦੂਜੇ ਸ਼ੋਰ ਤੱਕ। ਔਰ ਤੁਸੀਂ ਉਸ ਥਾਂ ਤੋਂ ਪ੍ਰਣ ਲਿਆ ਹੈ ਜਿੱਥੋਂ ਟੈਰੀ ਫੌਕਸ, ਜਿਸ ਤਰ੍ਹਾਂ ਭਗਤ ਸਿੰਘ ਸਾਡਾ ਆਈਕਨ ਹੈ ਭਾਰਤ ਦੇ ਵਿੱਚ, ਦੁਨੀਆ ਭਰ ਦੇ ਵਿੱਚ ਨੌਜਵਾਨਾਂ ਲਈ, ਉਸ ਤਰ੍ਹਾਂ ਹੀ ਟੈਰੀ ਫੌਕਸ ਵੀ ਇੱਕ ਆਪਣੇ ਆਪ 'ਚ ਇੱਕ ਰੋਲ ਮਾਡਲ ਹੈ, ਇੱਕ ਆਈਕਨ ਹੈ ਸਾਡੇ ਸਾਰਿਆਂ ਵਾਸਤੇ। ਤੁਸੀਂ ਉਸੇ ਹੀ ਪਵਿੱਤਰ ਥਾਂ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਹੈ। ਕੀ ਹੈ ਇਹਦਾ ਪਿਛੋਕੜ? ਸੈਣੀ ਸਾਹਿਬ, ਇਸ ਤਰ੍ਹਾਂ ਕਿ ਮੈਂ 2004 ਦੇ ਵਿੱਚ ਵਿਦ ਫੈਮਿਲੀ ਇੱਥੇ ਮੂਵ ਹੋਇਆ। ਇੰਡੀਆ ਦੇ ਵਿੱਚ ਮੇਰਾ ਆਪਣਾ ਇੰਸਟੀਚਿਊਟ ਸੀ, ਇੰਗਲਿਸ਼ ਦਾ ਮੈਂ ਐਕਸਪਰਟ ਹਾਂ, ਇੰਗਲਿਸ਼ ਦੀਆਂ ਬੁੱਕਸ ਲਿਖੀਆਂ ਹੋਈਆਂ। ਇਸ ਦਿਨ ਨਾਲ ਮੂਵ ਹੋਇਆ ਕਿ ਇੱਥੇ ਭੈਣਾਂ ਭਰਾਵਾਂ ਨੂੰ ਇੰਗਲਿਸ਼ ਦੀ ਬਹੁਤ ਲੋੜ ਹੈ। ਪਰ ਮੈਂ ਆ ਕੇ ਪਾਇਓ ਨਹੀਂ ਰਿਹਾ ਸੀ ਕਿ ਗਵਰਨਮੈਂਟ ਜਿੱਥੇ ਇੰਗਲਿਸ਼ ਫ੍ਰੀ ਸਿਖਾਉਂਦੀ ਹੋਵੇ, ਤੇ ਮੈਂ ਕਮਲਿਆਂ ਨੂੰ ਲੱਗਾ ਕਿ ਮੈਂ ਇਹੋ ਹੀ ਪੜ੍ਹਾ ਕੇ ਆਪਣੀ ਜ਼ਿੰਦਗੀ 'ਚ ਕਾਮਯਾਬੀ ਲੈਣੀ ਹੈ। ਔਰ ਪਰਮਾਤਮਾ ਨੇ ਉਹ ਚੀਜ਼ ਦਿੱਤੀ, ਕਿਉਂਕਿ ਮੇਰੇ ਕੋਲ ਮੇਰੀ ਰਿਸਰਚ, ਮੇਰੇ ਥੀਸਿਸ ਦਾ ਉਹ ਸਾਰਾ ਮਟੀਰੀਅਲ ਬਹੁਤ ਵਧੀਆ ਸੀ। ਬਹੁਤ ਕੁਝ ਪਰਮਾਤਮਾ ਨੇ ਦਿੱਤਾ ਇਸ ਕੰਟਰੀ ਦੇ ਵਿੱਚ। ਪਰ 2017 ਦੇ ਵਿੱਚ ਜਨਵਰੀ 'ਚ ਮੈਨੂੰ ਇਹ ਨਾਮੁਰਾਦ ਬਿਮਾਰੀ ਦੀ ਸ਼ਿਕਾਇਤ ਆਈ ਤੇ ਮੈਂ ਬਹੁਤ ਸ਼ੌਕਡ ਹੋਇਆ। ਆਈ ਕੁਡਨਟ ਬਿਲੀਵ ਕਿ ਮੈਂ ਜਿੰਨਾ ਬੋਡੀ ਨੂੰ ਸਾਫ਼ ਸੁਥਰਾ ਰੱਖਣ ਵਾਲਾ ਤੇ ਅਬਿਊਜ਼ ਕਦੀ ਨਾ ਕੀਤਾ, ਕੋਈ ਡਰੱਗ ਨਹੀਂ, ਕੁਝ ਵੀ, ਜਿਹਨੂੰ ਸੁਣਦਿਆਂ ਵੀ ਇਸ ਚੀਜ਼ ਨਾਲ ਕੈਂਸਰ ਹੋ ਸਕਦਾ ਹੈ, ਮੈਨੂੰ ਹੀ ਕਿਉਂ। ਲੇਕਿਨ ਜੋ ਸੀ ਪਰਮਾਤਮਾ ਦਾ ਪਾਣਾ, ਉਹ ਸਾਰਾ ਕਬੂਲ ਕੀਤਾ। ਸ਼ੌਕ ਜਿਹੜਾ ਸੀ ਆਪਣੇ ਆਪ ਨੂੰ ਅਬਜ਼ੋਰਵ ਕੀਤਾ, ਆਪਣੇ ਆਪ ਨੂੰ ਪਰਮਾਤਮਾ ਦੇ ਹਵਾਲੇ ਕਰਤਾ। ਪਰਮਾਤਮਾ ਤੋਂ ਜੇ ਇੰਨਾ ਸੁੱਖ ਦਿੱਤਾ, ਇੰਨਾ ਸ਼ੋਹਰਤ, ਨਾਮ, ਸਭ ਕੁਝ ਦਿੱਤਾ, ਤੂੰ ਤੇ ਤੇਰਾ ਦੁੱਖ ਵੀ ਕਬੂਲ ਹੈ। ਤੇ ਪਰਮਾਤਮਾ ਨੇ ਮੈਨੂੰ ਉਦੋਂ 1.5 ਸਾਲ ਕੀਮੋ ਰੇਡੀਏਸ਼ਨ ਦੇ ਵਿੱਚੋਂ ਕੱਢਿਆ। ਔਖਾ ਟਾਈਮ ਬੀਤਿਆ ਬੜਾ, ਪਰਿਵਾਰ 'ਚ, ਬਿਜ਼ਨਸ 'ਚ, ਸਭ ਪਾਸੇ ਨੂੰ ਤੁਸੀਂ ਪਿੱਛੇ ਚਲੇ ਜਾਂਦੇ ਆ। ਤੇ ਮੈਨੂੰ 2018 ਦੇ ਵਿੱਚ ਮਈ ਮੰਥ ਦੇ ਵਿੱਚ ਡਾਕਟਰ ਕਹਿੰਦਾ ਕਿ ਹੁਣ ਤੁਹਾਡੀ ਟ੍ਰੀਟਮੈਂਟ ਕੀਤੀ ਹੈ ਕੋਲਨ ਦੀ, ਜੋ ਅਸੀਂ ਦੇਖਿਆ ਕਿ ਹੁਣ ਤੁਹਾਨੂੰ ਕੋਈ ਪ੍ਰੋਬਲਮ ਨਹੀਂ, ਆਪਾਂ 3 ਸਾਲ ਚੈੱਕ ਨਹੀਂ ਕਰਨਾ। ਆਈ ਫੈਲਟ ਵੈਰੀ ਹੈਪੀ। ਮੈਂ ਕਿਹਾ ਸ਼ੁਕਰ ਹੈ ਮਾਲਕਾ ਕਿ ਚਲੋ ਦੁੱਖ ਦਿੱਤਾ, ਨਿਕਲ ਗਿਆ। ਲੇਕਿਨ 3 ਸਾਲ ਮੈਨੂੰ ਕਿਹਾ ਗਿਆ ਕਿ ਹੁਣ ਕੋਈ ਪ੍ਰੋਬਲਮ ਨਹੀਂ ਹੈ। ਪੌਣੇ 2 ਸਾਲ ਬਾਅਦ ਫਿਰ ਮੇਰੇ ਗਰੋਇਨ ਦੇ ਵਿੱਚ, ਰਾਈਟ ਥਾਈ ਦੇ ਉੱਪਰ, ਇਨਰ ਸਾਈਡ ਦੇ ਵਿੱਚ ਮੇਰੇ ਇੱਕ ਟਿਊਮਰ ਬਣ ਗਿਆ। ਤੇ ਉਸ ਟਿਊਮਰ ਦੇ ਵਿੱਚੋਂ ਫਿਰ ਉਹੀ ਪੇਨਸ ਮੇਰੀਆਂ ਉੱਠ ਕੇ ਮੇਰੇ ਪੇਟ ਵਿੱਚ ਜਾਣੀਆਂ ਸ਼ੁਰੂ ਹੋ ਗਈਆਂ। ਅੱਛਾ ਜੀ। ਤੇ ਮੈਨੂੰ ਸੈਂਸ ਹੋਣਾ ਸ਼ੁਰੂ ਹੋ ਗਿਆ ਕਿ ਇਹ ਲੱਗਦਾ ਇਹ ਉਹੀ ਕੈਂਸਰ ਵਾਲੀਆਂ ਪੇਨਸ ਆ ਜਿਹੜੀਆਂ ਮੈਨੂੰ ਤੜਫਾ ਰਹੀਆਂ, ਕਿਤੇ ਵਾਪਿਸ ਨਾ ਆ ਰਿਹਾ ਹੋਵੇ। ਔਰ ਉਹ ਕਹਿੰਦੇ ਆ ਕਿ ਕੈਂਸਰ ਸੈਕੰਡ ਟਾਈਮ ਕਮਸ ਵਿਦ ਵੈਂਜੈਂਸ, ਜਦੋਂ ਦੂਸਰੀ ਵਾਰ ਆਉਂਦਾ ਤੇ ਬਹੁਤ ਤੂਫਾਨ ਬਣ ਕੇ ਆਉਂਦਾ ਜੀ। ਔਰ ਮੈਂ ਬੜਾ ਇੱਥੇ ਸਰੀ ਦੇ ਵਿੱਚ, ਆਪਣਾ ਸਰੀ ਮੋਰੀਅਲ ਸਾਡਾ ਇੱਕੋ ਹੀ ਹਸਪੀਟਲ ਆ ਜਿੱਥੇ ਐਮਰਜੈਂਸੀ ਵੀ ਕਹਿਣ ਨੂੰ ਤਾਂ ਐਮਰਜੈਂਸੀ ਆ, ਲੇਕਿਨ ਉੱਥੇ 6-6, 7-7 ਘੰਟੇ ਵੇਟ ਕਰਨੀ ਪੈਂਦੀ ਹੈ। ਜਾ ਕੇ ਉੱਥੇ ਤੜਫਦਾ ਰਿਹਾ
2-3 ਵਾਰੀ ਗਿਆ, ਤੀਜੀ ਵਾਰੀ ਜਾ ਕੇ ਮੈਨੂੰ ਉਹਨਾਂ ਨੇ ਕਿਹਾ ਕਿ ਤੁਹਾਡਾ CT ਸਕੈਨ ਕਰਨਾ, ਤੇ ਉਹ ਕੀਤਾ ਤੇ ਕਹਿੰਦੇ ਤੂੰ ਆਪਣੇ ਲਿਵਰ 'ਚ ਵੀ ਚੈੱਕ ਕਰਾਓ ਜੀ, ਤੁਹਾਡੇ oncologist ਨੂੰ ਪੁੱਛੋ ਤੁਹਾਡੀ ਕੋਈ ਇੱਥੇ ਵੀ ਲੱਗਦੀ ਸ਼ਿਕਾਇਤ, ਪਰ ਦੱਸਿਆ ਨਹੀਂ ਮੈਨੂੰ ਕਲੀਅਰ। ਮੈਂ ਕਿਹਾ ਮੇਰੀ ਟਿਊਮਰ ਦੀ ਦੱਸੋ ਜਿਹੜਾ ਮੈਨੂੰ ਤੰਗ ਕਰ ਰਿਹਾ ਆ। ਖੈਰ oncologist ਨਾਲ ਗੱਲ ਕੀਤੀ, ਰਿਪੋਰਟ ਗਈ, ਉਹ ਕਹਿੰਦੇ ਕਿ 30% ਲਿਵਰ ਤੇ 3 ਜਗ੍ਹਾ ਸਪੌਟ ਆ ਤੇ ਲਿਵਰ ਤੱਕ ਕੈਂਸਰ ਪਹੁੰਚ ਗਿਆ। ਜਦੋਂ ਕੈਂਸਰ ਲਿਵਰ ਤੇ ਪਹੁੰਚ ਜਾਏ ਤੇ ਅਗਰ ਉੱਥੇ ਉਹ ਫੈਲ ਜਾਏ ਤੇ ਸਮਝੋ ਫਿਰ ਬੰਦੇ ਦਾ ਅੰਤ ਹੀ ਹੈ ਜੀ। ਪਰ ਅੱਜ ਟੈਕਨੋਲੋਜੀ ਇੰਨੀ ਐਡਵਾਂਸ ਹੋ ਗਈ ਹੈ, ਦਵਾਈਆਂ ਇੰਨੀਆਂ ਵਧੀਆ ਆ ਗਈਆਂ, ਪਰਮਾਤਮਾ ਨੇ ਹੱਥ ਦੇ ਕੇ ਮੈਨੂੰ ਫਿਰ ਬਚਾਇਆ। ਪਰ ਜਿਹੜੀ ਮੇਰੇ ਟਿਊਮਰ ਦੀ, ਜਿੱਥੇ 2 ਮੇਰੇ ਲਿੰਫ ਨੋਡ ਪੋਜ਼ਿਟਿਵ ਆਏ ਸੀ ਕੈਂਸਰ ਦੇ, ਉਹ ਕੀਮੋ ਦੇ ਨਾਲ ਉਹ ਨਹੀਂ ਠੀਕ ਹੋਏ ਜੀ। ਫਿਰ ਉਹਨਾਂ ਨੇ ਦੇਖਿਆ, ਉਹ ਕਹਿੰਦੇ ਇੱਥੇ ਫੋਕਸ ਰੇਡੀਏਸ਼ਨ ਦੇਣੀ ਪੈਣੀ ਆ, 25 ਰੇਡੀਏਸ਼ਨ 5 ਹਫ਼ਤੇ ਦੀਆਂ ਤੇ 5 ਦਿਨ 2 ਦਿਨ ਦੀ ਬ੍ਰੇਕ। ਤੇ ਮੈਂ ਕਿਹਾ ਠੀਕ ਹੈ ਜੀ। ਸੈਣੀ ਸਾਹਿਬ ਉਹ ਜੋ ਮੈਨੂੰ ਰੇਡੀਏਸ਼ਨ ਦਿੱਤੀਆਂ ਉਹਦੇ ਨਾਲ ਉੱਪਰ ਵਾਲੀ ਸਕਿਨ ਇਸ ਤਰ੍ਹਾਂ ਗਲ ਗਈ ਜਿੱਦਾਂ ਕਿ ਤੁਸੀਂ ਸੋਚੋ ਵੀ ਕਿਸੇ ਦੀ ਸਕਿਨ ਗਲੀ ਹੋਵੇ ਤੇ ਪਾਕ ਜੀ ਪੈ ਜਾਂਦੀ ਹੈ। ਮੈਂ ਉਹ ਹਾਲਾਤਾਂ ਵਿੱਚੋਂ ਲੰਘਿਆ ਜੀ। ਤੇ ਇਹ ਕਰਨ ਲਈ ਮੈਨੂੰ ਹਰ ਹਫ਼ਤੇ ਕੈਂਸਰ ਦੀ ਜੋ ਲੈਬੋਰਟਰੀ ਆ ਉਹਨਾਂ ਦੀ ਉੱਥੇ ਬਲੱਡ ਟੈਸਟ ਕਰਵਾਉਣ ਜਾਣਾ ਪੈਂਦਾ ਸੀ, ਜੋ ਨਾਲ ਮੈਨੂੰ ਉਹ ਓਰਲ ਕੀਮੋ ਵੀ ਦਿੰਦੇ ਸੀ, ਦਵਾਈ ਗੋਲੀਆਂ ਖਾਣ ਨੂੰ ਸਵੇਰੇ ਸ਼ਾਮ, ਤੇ ਨਾਲੇ ਮੇਰਾ ਰੇਡੀਏਸ਼ਨ ਹੁੰਦਾ ਸੀ। ਉਹ ਬਲੱਡ ਟੈਸਟ ਕਰਦੇ ਸੀ ਕਿ ਬੰਦਾ ਘਰ ਆਪਣੀ ਦਵਾਈ ਲੈ ਰਿਹਾ ਕਿ ਨਹੀਂ ਲੈ ਰਿਹਾ, ਇਹਦੇ ਸੈੱਲ ਡਾਊਨ ਜਾਣੇ ਆ, ਕਿਉਂਕਿ ਇਹ ਕੀਮੋ ਮੇਰੀ ਪੋਇਜ਼ਨ ਹੈ। ਪਰ ਜਿੱਥੇ ਨੇ ਇਹਨੂੰ ਨਹੀਂ ਪਤਾ ਕਿ ਇਹਨੇ ਸੈੱਲ ਚੰਗੇ ਮਾਰਨੇ ਕਿ ਕੈਂਸਰ ਵਾਲੇ ਮਾਰਨੇ ਆ, ਉਹਨਾਂ ਦਾ ਆਪਣਾ ਕੰਮ ਕਰਨਾ ਜੀ। ਉਹ ਖੈਰ ਮੈਂ ਉਹਦੇ ਵਿੱਚੋਂ ਲੰਘਿਆ। 1.5 ਮਹੀਨਾ ਮੇਰੀ ਇਸ ਸਕਿਨ ਦਾ ਮੈਨੂੰ ਬਹੁਤ ਪਰਹੇਜ਼ ਕਰਨਾ ਪਿਆ ਔਰ ਬੜਾ ਔਖਾ ਹੋ ਕੇ ਸਮਾਂ ਲੰਘਿਆ। May 28 ਨੂੰ ਮੇਰੀਆਂ ਹੁਣ ਖਤਮ ਹੋਈਆਂ ਇਸ ਸਾਲ ਰੇਡੀਏਸ਼ਨ, ਤੇ ਮੈਨੂੰ 1.5 ਮਹੀਨਾ ਲੱਗਿਆ ਰਿਕਵਰ ਹੋਣ ਨੂੰ। ਮੇਰੇ ਮਨ 'ਚ ਆਇਆ, ਮੈਂ ਜਦੋਂ ਲੈਬੋਰਟਰੀ ਜਾਂਦਾ ਸੀ, ਮੈਂ ਉੱਥੇ ਨਵੇਂ ਜੰਮੇ ਹੋਏ ਬੱਚੇ ਜਿਹੜੇ ਆ ਉਹਨਾਂ ਨੂੰ ਕੈਂਸਰ ਹੋਇਆ ਦੇਖਿਆ, ਪ੍ਰੈਗਨੈਂਟ ਲੇਡੀਜ਼ ਨੂੰ ਮੈਂ ਕੈਂਸਰ ਤੋਂ ਪੀੜਿਤ ਦੇਖਿਆ, ਤੇ ਉੱਥੇ ਮਾਵਾਂ ਜਿਹੜੀਆਂ ਉਹ ਛੋਟੇ ਬੱਚਿਆਂ ਨੂੰ ਕੈਂਸਰ ਤੋਂ ਪੀੜਿਤ ਦੇਖ ਕੇ ਕਿੱਦਾਂ ਤੜਫ ਰਹੀਆਂ। ਮੇਰਾ ਕਾਲਜਾ ਬਲੁੰਦ ਰਿਹਾ ਗਿਆ ਜੀ। ਤੇ ਮੈਨੂੰ ਟੈਰੀ ਫੌਕਸ ਬਾਰੇ ਮੈਂ ਕੁਝ ਪੜ੍ਹਿਆ ਹੋਇਆ ਸੀ, ਮੈਂ ਸਿਟੀਜ਼ਨਸ਼ਿਪ ਦਾ ਟੈਸਟ ਕਰਵਾਉਂਦਾ, ਸਟੂਡੈਂਟ ਨੂੰ ਪੜ੍ਹਾਉਣਾ, ਔਰ ਮੈਨੂੰ ਹਿਸਟਰੀ ਦਾ, ਜੋਗ੍ਰਾਫੀ ਦਾ, ਹੋਰ ਸਾਰੀਆਂ ਚੀਜ਼ਾਂ ਦਾ ਜਾਣਨ ਦਾ ਬੜਾ ਸ਼ੌਂਕ ਹੈ। ਤਾਂ ਜਦੋਂ ਟੈਰੀ ਫੌਕਸ ਬਾਰੇ ਮੈਂ ਪੜ੍ਹਿਆ ਤਾਂ ਮੇਰੇ ਮਨ 'ਚ ਆਇਆ ਕਿ ਟੈਰੀ ਫੌਕਸ ਨੇ ਇੱਕ ਡ੍ਰੀਮ ਦੇਖਿਆ ਸੀ ਕਿ ਉਸ ਵਕਤ ਉਹਦੀ ਇਲਾਜ ਨਹੀਂ ਸੀ, ਉਹਦੀ ਡੈਥ ਜਿਹੜੀ ਮਤਲਬ ਹੋਣੀ ਆਲਮੋਸਟ ਸ਼ੋਰ ਸੀ, ਕਿਉਂਕਿ ਉਹਦੀ ਇੱਕ ਲੱਤ ਗੋਡੇ ਤੋਂ ਉੱਪਰੋਂ 12 ਸੈਂਟੀਮੀਟਰ ਤੱਕ ਕੱਟਣੀ ਪਈ ਜੀ, ਔਰ ਉਹ ਠੀਕ ਨਹੀਂ ਹੋ ਸਕਿਆ। ਲੇਕਿਨ ਉਸਨੇ ਡ੍ਰੀਮ ਦੇਖਿਆ ਕਿ ਜੇ ਹੋਰ ਕਿਸੇ ਭੈਣ ਭਰਾ ਨੂੰ, ਕਿਸੇ ਬੱਚੇ ਨੂੰ ਕੈਂਸਰ ਹੁੰਦਾ ਤੇ ਉਹ ਨਾ ਇਸ ਤਰ੍ਹਾਂ ਮੇਰੇ ਵਾਂਗੂ ਤਰਸੇ ਤੇ ਉਹਦੀ ਡੈਥ ਨਾ ਹੋਵੇ ਜੀ। ਦੇਖੋ ਆਪਾਂ ਨੂੰ ਟਾਈਮ ਯਾਦ ਹੈ ਕਿ ਨਰਗਿਸ ਦੱਤ, ਸੰਜੇ ਦੱਤ ਦੀ ਮਦਰ, ਉਹ ਉਸ ਵੇਲੇ MP ਸੀ, ਉਹਨਾਂ ਨੂੰ ਕੈਂਸਰ ਹੋਇਆ, ਉਹਨਾਂ ਦੀ ਡੈਥ ਹੋ ਗਈ। ਹੁਣ ਸੰਜੇ ਦੱਤ ਨੂੰ ਹੋਇਆ ਸੀਗਾ ਪਿਛਲੇ ਸਾਲ, ਬਟ ਉਹ ਬਚ ਗਿਆ। ਐਡਵਾਂਸਮੈਂਟ ਹੋਈ ਆ, ਰਿਸਰਚ ਕੀਤੀ ਗਈ ਹੈ ਤੇ ਦਵਾਈਆਂ ਵਧੀਆ ਆ ਗਈਆਂ। ਅੱਜ ਸਾਡਾ ਸਰਵਾਈਵਲ ਰੇਟ ਜ਼ਿਆਦਾ ਹੈ। ਕੈਨੇਡਾ 'ਚ ਕਿਹਾ ਜਾ ਰਿਹਾ ਕਿ ਹਰ ਬੰਦੇ ਨੂੰ ਦੂਸਰੇ 2 ਬੰਦੇ ਨੂੰ, ਮਤਲਬ ਦੋਵਾਂ ਚੋਂ ਇੱਕ ਜਾਣੇ ਨੂੰ ਲਾਈਫ ਭਰ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਕੈਂਸਰ ਹੋਣ ਦੇ ਚਾਂਸ ਹੈ। ਇਹ ਨਹੀਂ ਸਮਝ ਆ ਰਹੀ ਹੈ ਕੈਂਸਰ ਹੁੰਦਾ ਕਿਉਂ। ਅਸੀਂ ਇਸ ਕੰਟਰੀ ਦੇ ਵਿੱਚ ਆਪਣੇ ਅੱਛੀ ਲਾਈਫ ਲਿਆਉਂਦੇ, ਵਧੀਆ ਹਵਾ, ਪਾਣੀ, ਖਾਣ ਪੀਣ ਦਾ ਸਾਰਾ ਕੁਝ, ਪਰ ਕਿਹੜੀ ਚੀਜ਼ ਇੰਨਾ ਕੈਂਸਰ ਕਰ ਰਹੀ ਹੈ? ਕਿਉਂਕਿ ਮੈਂ ਖੁਦ ਰਿਸਰਚ ਐਂਡ ਡਿਵੈਲਪਮੈਂਟ 'ਚ ਰਿਹਾ, ਮੇਰੀ ਬੇਸਿਕ ਕੁਆਲੀਫਿਕੇਸ਼ਨ ਜਿਹੜੀ ਆ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਹੈ। ਮੈਂ ਉਹ ਕਰਕੇ ਰਿਸਰਚ ਐਂਡ ਡਿਵੈਲਪਮੈਂਟ ਦੇ ਵਿੱਚ ਸਲੋਰਾ TV ਦੀ ਕੰਪਨੀ 'ਚ ਡਿਜ਼ਾਈਨ ਇੰਜੀਨੀਅਰ ਤੇ ਪ੍ਰਮੋਟ ਹੋ ਕੇ ਸੀਨੀਅਰ ਡਿਜ਼ਾਈਨ ਇੰਜੀਨੀਅਰ ਆ। ਆਈ ਨੋ ਕਿ ਰਿਸਰਚ ਦਾ ਕਿੰਨਾ ਇੰਪੋਰਟੈਂਟ ਇਹਦਾ ਸਿਗਨੀਫਿਕੈਂਸ ਹੈ ਕਹਿ ਲਓ। तो मैं इस वास्ते सोचा कि क्यों ना मैं चीज़ करा कि आने वाले टाइम पे मेरे परिवार 4 जने हैं, जे मेरे एक होर परिवार के जी मतलब किसी को हो जाए तो वो भी इदा ही लंघेगा। ते नाले सारे भैन भरावां वास्ते जे कि इस तरह हो सके कि आने वाले टाइम से सारा ही 100% सर्वाइवल हो जाए तो कितना वधिया होए। मैं कहा दुनिया के काम करदा मुकदे नहीं, क्यों ना मैं टैरी फॉक्स का जो ड्रीम थोड़ा बहुत रहिंदा है वो भी पूरा करा। मैं इसलिए वॉक कर रहा, सॉरी मेरी आवाज मैं साह भी चढ़ रहा, पर मैं ब्रिस्क वॉक कर रहा सेंट जॉन के थ्रू। तो मैं ड्रीम लैके मन च मैं उत्थे फाउंडेशन नाल गल कीती, मैं कहा मेरा ड्रीम, मैं तो बड़े खुश होए इस गल ते
ਤੇ ਕਹਿੰਦੇ, ਮੈਂ ਕਿਹਾ ਮੈਂ ਕਰ ਸਕਦਾ। ਮੇਰੇ ਘਰ ਦੇ ਕਹਿਣ ਵੀ ਤੁਸੀਂ ਹਾਲੇ ਹੁਣ ਰਿਕਵਰ ਨਹੀਂ ਹਾਲੇ ਪੂਰੇ ਹੋਏ, ਹਾਲੇ ਵੀਕਨੈਸ ਹੈ ਬੋਡੀ ਦੀ, ਤੇ ਤੁਸੀਂ ਆਹ ਸੋਚ ਰਹੇ ਹੋ। ਮੈਂ ਕਿਹਾ ਬਸ ਮੈਂ ਜੋ ਸੋਚ ਲਿਆ, ਮੈਂ ਜ਼ਿੰਦਗੀ 'ਚ ਇਸੇ ਤਰ੍ਹਾਂ ਹੀ ਕੰਮ ਕੀਤਾ, ਮੇਰੇ ਦਿਲ ਤੋਂ ਆਵਾਜ਼ ਆ ਰਹੀ ਹੈ ਕਿ ਮੈਂ ਕੰਮ ਕਰਨਾ ਹੀ ਕਰਨਾ ਹੈ। ਤੋ ਫਿਰ ਮੈਂ ਜਦੋਂ ਆਪਣੇ ਮੇਰੇ ਨਾਲ ਦੇ ਉੱਥੇ ਮਿੱਤਰ ਬਿਜ਼ਨਸਮੈਨ ਅੱਛੇ ਸਾਰੇ ਗੁਰਦੁਆਰੇ ਹੈਗੇ ਤੇ ਮੈਂ ਗੱਲ ਕੀਤੀ, ਤੇ ਸਾਡੇ ਜੇ ਮਨਹਾਸ ਸਾਹਿਬ ਨੇ, ਉਹਨਾਂ ਨੇ ਕਿਹਾ ਵਿਰਦੀ ਸਾਹਿਬ ਅਸੀਂ ਇਸ ਤਰ੍ਹਾਂ ਹੋਣ ਦਿੰਦੇ ਹਾਂ। ਮਨਹਾਸ ਸਾਹਿਬ ਬੜੇ ਇੱਕ ਫਿਲਮਾਂ ਦੇ ਪ੍ਰੋਡਿਊਸਰ ਵੀ ਨੇ, ਉਹ ਵੀ ਸ਼ਖਸੀਅਤ ਨੇ ਸਾਡੀ। ਉੱਥੇ ਫੂਡ ਬੈਂਕ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਨਾਲ ਮਿਲ ਕੇ ਰਨ ਕਰਦੇ ਆ, ਬਹੁਤ ਆਪਣਾ ਟਾਈਮ ਦਿੰਦੇ ਆ। ਤੇ ਉਹਨਾਂ ਨੇ ਨਾਲ ਫਿਰ ਸਾਰੇ ਹੋਰ ਲੋਕ ਜੋੜਨੇ ਸ਼ੁਰੂ ਕੀਤੇ, ਗੁਰਦੁਆਰੇ ਨਾਲ ਮੈਨੂੰ ਜੋੜਿਆ ਤੇ ਉਹ ਸਪਾਂਸਰ ਕਰ ਰਹੇ ਇਸ ਵਾਕ ਨੂੰ। ਤੇ ਫਿਰ ਇੱਕ ਤਾਂ ਮੁਹਿੰਮ ਹੀ ਬਣ ਗਈ ਕਿ ਹੁਣ ਸਾਡੇ ਟੀਵੀ ਚੈਨਲ ਤੇ ਪ੍ਰਾਈਮ ਏਸ਼ੀਆ, ਉੱਥੇ ਸਾਂਝਾ ਟੀਵੀ, ਇੱਥੇ ਆਪਣੇ ਗੁਰਸ਼ਰਨ ਮਾਨ ਭਾਈ ਸਾਹਿਬ ਨੇ ਵੀ, ਰੈਡ FM, ਕਨੈਕਟ FM, ਸ਼ੇਰੇ ਪੰਜਾਬ ਤੇ ਹੋਰ ਕਿੰਨੀਆਂ ਪੰਜਾਬੀ ਪ੍ਰੈਸ ਕਲੱਬ ਆਫ BC, ਇਹਨਾਂ ਸਾਰਿਆਂ ਨੇ ਸਭ ਜਗ੍ਹਾ ਮੈਨੂੰ ਕਵਰੇਜ ਦਿੱਤੀ ਤੇ ਮੈਨੂੰ ਸਪੋਰਟ ਕਰਨ ਦਾ ਪ੍ਰੋਮਿਸ ਕੀਤਾ। ਤੇ ਮੈਂ ਇਹ ਇਸ ਵੇਲੇ ਕਹਿ ਲਓ ਡ੍ਰੀਮ ਲੈ ਕੇ ਉਡਾਰੀ ਮਾਰ ਰਿਹਾ, ਔਰ ਬੜਾ ਮੈਂ ਇਸ ਵੇਲੇ ਖੁਸ਼ ਤੇ ਤੰਦਰੁਸਤ ਫੀਲ ਕਰ ਰਿਹਾ ਕਿ ਮੈਂ ਡ੍ਰੀਮ ਇੱਕੋ ਹੀ ਮਨ 'ਚ ਧਾਰਿਆ ਹੋਇਆ ਕਿ ਆਉਣ ਵਾਲਾ ਸਮਾਂ ਜਿਹੜਾ ਇਹ ਟ੍ਰੀਟੇਬਲ ਹੋ ਜਾਏ ਸਾਡਾ ਕੈਂਸਰ। ਇੱਕ ਕਿਸੇ ਭੈਣ ਭਰਾ ਦੇ ਘਰ ਕਦੀ ਕੋਈ ਇਹ ਲਾਮਤ ਆਵੇ ਹੀ ਨਾ, ਜੇ ਆਵੇ ਤੇ ਉਹ ਹੌਸਲਾ ਕਰਕੇ ਇਸ ਨੂੰ ਫਾਈਟ ਕਰੇ ਤੇ ਉਹ ਬਚ ਸਕੇ। ਬਹੁਤ ਮਿਹਰਬਾਨੀ ਤੁਹਾਡੀ। ਔਰ ਤੁਹਾਡੇ ਜਿਹੜੇ ਮਿੱਤਰ ਨੇ ਉੱਥੇ ਮੀਡੀਆ ਵਾਲੇ BC ਤੋਂ, ਉਹਨਾਂ ਨੇ ਮੈਨੂੰ ਤੁਹਾਡਾ ਨੰਬਰ ਦਿੱਤਾ ਸੀ ਔਰ ਉਹਨਾਂ ਨੇ ਸਾਨੂੰ ਸੰਪਰਕ ਕਰਵਾਇਆ। ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਤੁਹਾਡੇ ਨਾਲ ਗੱਲਬਾਤ ਕਰਨ ਵਾਸਤੇ। ਮੈਨੂੰ ਇਹ ਦੱਸੋ ਕਿ ਤੁਸੀਂ ਕੱਲ੍ਹ ਯਾਤਰਾ ਸ਼ੁਰੂ ਕੀਤੀ ਹੈ ਔਰ ਸੇਂਟ ਜੌਨ ਤੋਂ ਹੀ ਸ਼ੁਰੂ ਕੀਤੀ ਹੈ। ਮੈਂ ਦੇਖ ਰਿਹਾ ਸੀ ਤੁਹਾਡੀਆਂ ਵੀਡੀਓਜ਼ ਵੀ ਆ ਰਹੀਆਂ ਔਰ ਉਹਦੇ 'ਚ ਤੁਸੀਂ ਉਹ ਪਵਿੱਤਰ ਪਾਣੀ ਜਿੱਥੋਂ ਉਹ ਧਰਤੀ ਉਹ ਸਾਰਾ ਉੱਥੋਂ ਤੁਸੀਂ ਤੁਰੇ ਹੋ। ਤੁਹਾਡੇ ਮਨ 'ਚ ਉਸ ਵੇਲੇ ਪਤਾ ਨਹੀਂ ਕੀ ਇਮੋਸ਼ਨਸ ਹੋਣਗੇ ਜਿਹੜਾ ਡ੍ਰੀਮ ਲੈ ਕੇ ਤੁਸੀਂ ਤੁਰੇ ਹੋ। ਜੀ ਬਸ ਉਹੀ ਡ੍ਰੀਮ ਕਿ ਜੋ ਟੈਰੀ ਫੌਕਸ ਨੇ ਸੋਚਿਆ ਸੀ ਕਿ ਮੈਂ ਈਸਟ ਟੂ ਵੈਸਟ ਮੈਂ ਸਾਰਾ ਕਵਰ ਕਰਾਂ। ਤੇ ਉਹ ਤਾਂ ਐਥਲੀਟ ਸੀ, ਲੇਕਿਨ ਤੁਸੀਂ ਉਸਦੀ ਕਿਤੇ ਪਿਕਚਰ ਦੇਖੋ ਤੇ ਉਸਦਾ ਰਾਈਟ ਥਾਈ ਕਿੰਨਾ ਸੁੱਕ ਚੁੱਕਾ ਸੀ ਕੈਂਸਰ ਦੇ ਕਾਰਨ ਜੀ। ਗੋਡੇ ਤੋਂ ਉੱਤੇ ਉਹਦੀ ਲੱਤ ਕੱਟੀ ਗਈ ਸੀ। ਮੈਨੂੰ ਵੀ ਕਈ ਜਣੇ ਆਪਣੀ ਪਿਆਰੇ ਕਹਿਣ ਲੱਗੇ ਕਿ ਤੁਸੀਂ ਇਹ ਕੀ ਸੋਚ ਰਹੇ ਆ, ਤੁਸੀਂ 50+ ਹੈ ਇਸ ਵੇਲੇ ਤੇ ਕਰ ਸਕਦੇ ਆ ਜੀ ਬਾਤ ਥੋੜੀ ਬਹੁਤੀ ਕਰੀ ਜੋ, ਆਪਣਾ ਕੀ ਐਡਾ ਵੱਡੀ ਸੋਚ ਲੈ ਕੇ ਚੱਲਣੀ। ਮੈਂ ਉਹਨਾਂ ਨੂੰ ਕਿਹਾ ਕਿ ਟੈਰੀ ਫੌਕਸ ਦੀ ਤਾਂ ਇੱਕ ਲੱਤ ਸੀ, ਰੱਬ ਨੇ ਮੈਨੂੰ ਫਿਰ 2 ਦਿੱਤੀਆਂ ਹੈ। ਜਿੰਨਾ ਕਹੂੰ ਮੈਂ ਕਰੂੰਗਾ ਸਹੀ, ਮੈਂ ਜ਼ਰੂਰ ਕੋਸ਼ਿਸ਼ ਕਰਨੀ ਹੈ। ਚਲੋ ਜੀ, ਉਹ ਡ੍ਰੀਮ ਲੈ ਕੇ ਮੈਂ ਜੀ ਸ਼ੁਰੂ ਕੀਤਾ ਜੀ ਕੱਲ। ਚਲੋ ਜੀ, ਤੁਹਾਡੇ ਨਾਲ ਜੀ ਤੁਹਾਡੇ ਨਾਲ ਹਜ਼ਾਰਾਂ ਲੱਖਾਂ ਲੋਕਾਂ ਦੀਆਂ ਦੁਆਵਾਂ ਵੀ ਜੁੜਦੀਆਂ ਜਾ ਰਹੀਆਂ ਔਰ ਮੈਂ ਤੁਹਾਡੇ ਨਾਲ WhatsApp 'ਤੇ ਉਸ ਗਰੁੱਪ 'ਚ ਤੁਸੀਂ ਮੈਨੂੰ ਜੋੜ ਲਿਆ ਹੈ ਤੇ ਮੈਂ ਦੇਖ ਰਿਹਾ ਉਹ 'ਚ ਲਗਾਤਾਰ ਤੁਹਾਨੂੰ ਡੋਨੇਸ਼ਨਸ ਵੀ ਆ ਰਹੀਆਂ, ਲਗਾਤਾਰ ਤੁਹਾਨੂੰ ਬਲੈਸਿੰਗਸ ਵੀ ਆ ਰਹੀਆਂ ਲੋਕਾਂ ਦੀਆਂ, ਹੱਲਾਸ਼ੇਰੀ ਤੁਹਾਨੂੰ ਸਾਰੇ ਲੋਕ ਤੁਹਾਡੇ ਮਿੱਤਰ ਦੇ ਰਹੇ ਹੈ ਔਰ ਇਹ ਇੱਕ ਕਾਫਲਾ ਬਣ ਰਿਹਾ ਜੋ ਤੁਸੀਂ ਇਕੱਲੇ ਚੱਲੇ ਹੋ ਲੇਕਿਨ ਤੁਸੀਂ ਸਾਰੇ ਭੈਣ ਭਰਾਵਾਂ ਨੂੰ ਨਾਲ ਜੋੜ ਰਹੇ ਹੋ ਔਰ ਲਗਾਤਾਰ ਇਹ ਵੱਡਾ ਤੁਹਾਡਾ ਕਾਫਲਾ ਹੋ ਰਿਹਾ ਹੈ। ਕਿੰਨੇ ਕਿਲੋਮੀਟਰ ਟੋਟਲ ਤੁਸੀਂ ਤੁਰੋਗੇ ਆਲ ਟੁਗੈਦਰ, ਆਈਡੀਆ ਕੋਈ? ਹਾਂਜੀ, ਮੈਂ ਕੱਲ ਅਸੀਂ ਇੱਥੇ ਸਾਡੀ ਫਲਾਈਟ 2 ਵਜੇ ਲੱਗੀ ਹੈ ਜੀ ਆ ਕੇ ਦੁਪਹਿਰੇ। ਹਾਂ, ਅਸੀਂ ਪਰਸੋਂ ਰਾਤੀ ਚੱਲੇ ਸੀ ਤੇ ਅਸੀਂ ਪਹਿਲਾਂ ਇੱਕ ਕਾਰ, ਕੋਈ ਕਨੈਕਸ਼ਨ ਨਹੀਂ ਸੀ ਮਿਲਿਆ, ਇੱਕ ਕਾਰ ਰੈਂਟ ਕੀਤੀ, ਇੱਕ ਅਕੋਮੋਡੇਸ਼ਨ ਇੱਥੇ ਗੁਰਦੁਆਰਾ ਸਾਹਿਬ ਦੇਖਣ ਗਏ ਲੇਕਿਨ ਗੁਰਦੁਆਰਾ ਉਹ ਬੰਦ ਪਿਆ ਜੀ। ਇੱਥੇ ਸਿੱਖ ਕਮਿਊਨਿਟੀ ਹੈ ਤਾਂ ਕਾਫੀ ਪਰ ਸਾਰੇ ਆਪਣੇ ਆਪਣੇ ਕੰਮਾਂ ਤੇ ਬਿਜ਼ੀ ਹੈ। ਇੱਥੇ ਨਿਊਜ਼ੀਲੈਂਡ ਦਾ ਸਿਸਟਮ ਬੜਾ ਹੀ ਹਾਲੇ ਡਿਫਰੈਂਟ ਜਿਹਾ ਹੈ ਪਰ ਬੜਾ ਸਾਫ਼ ਸੁਥਰਾ ਵਧੀਆ ਸ਼ਹਿਰ ਆ। ਗਰਮੀਆਂ ਦੇ ਦਿਨਾਂ 'ਚ ਤਾਂ ਜੋ ਮੈਨੂੰ ਦੇਖਣ ਨੂੰ ਇਸ ਲਈ ਲੱਗ ਰਿਹਾ। ਤੇ ਆ ਕੇ ਅਸੀਂ ਆਪਣੀ ਵਾਸਤੇ ਅਕੋਮੋਡੇਸ਼ਨ ਅਰੇਂਜ ਕੀਤੀ ਔਰ ਮੈਂ 4:30 ਵਜੇ ਟੈਰੀ ਫੌਕਸ ਉਹਨਾਂ ਦੇ ਇੱਥੇ ਸਟੈਚੂ ਹੈ ਗਰਾਊਂਡ ਜ਼ੀਰੋ ਜਿੱਥੋਂ ਉਹਨਾਂ ਨੇ ਵਾਕ ਸ਼ੁਰੂ ਕੀਤੀ ਸੀ, ਉੱਥੇ ਟੈਰੀ ਫੌਕਸ ਉਹਨਾਂ ਨੂੰ ਸਲੂਟ ਕਰਕੇ ਤੇ ਉਹਨਾਂ ਦਾ ਵੱਡਾ ਸੀ ਮੇਰੇ ਤੋਂ, ਟੈਰੀ ਫੌਕਸ ਮੇਰੇ ਤੋਂ ਕੁਝ ਸਾਲ ਪਹਿਲੇ ਜਨਮੇ ਹੋਏ ਤੇ ਮੈਂ ਉਹਨਾਂ ਤੋਂ ਚਲੋ ਬਲੈਸਿੰਗ ਲੈ ਕੇ ਉਹਨਾਂ ਦੇ ਡ੍ਰੀਮ ਨੂੰ ਕੰਟੀਨਿਊ ਕਰਨ ਲਈ, ਜਿਸ ਤਰ੍ਹਾਂ ਟੈਰੀ ਫੌਕਸ ਨੇ ਸੋਚਿਆ ਸੀ ਕਿ ਉਹ ਪਾਣੀ ਦੀ ਬੋਟਲ ਭਰ ਕੇ ਉੱਥੋਂ ਐਟਲਾਂਟਿਕ ਓਸ਼ਨ ਤੋਂ ਪੈਸੀਫਿਕ ਓਸ਼ਨ ਵਿੱਚ ਪ੍ਰਸ਼ਾਂਤ ਮਹਾਸਾਗਰ ਯਾਨੀ ਵੈਸਟ ਵਿੱਚ ਉੱਥੇ ਜਾ ਕੇ ਪਹੁੰਚਣਗੇ C2C, ਜਿਵੇਂ ਆਪਣੇ ਕੈਨੇਡਾ ਦਾ ਇੱਕ ਮੋਟੋ ਹੈ C2C, ਅਸੀਂ ਸਮੁੰਦਰ ਤੋਂ ਸਮੁੰਦਰ ਤੱਕ ਇੱਕ ਹਾਂ। ਉਸ ਡ੍ਰੀਮ ਨੂੰ ਲੈ ਕੇ ਚੱਲੇ ਲੇਕਿਨ ਥੰਡਰ ਬੇ ਦੇ ਉੱਤੇ ਜਿੱਥੇ ਓਨਟਾਰੀਓ ਤੇ ਮੈਨੀਟੋਬਾ ਦੀ ਬਾਉਂਡਰੀ ਹੈ ਉੱਥੇ ਉਹਨਾਂ ਨੂੰ ਲੰਗਸ ਦੇ ਵਿੱਚ ਕੈਂਸਰ ਫੈਲ ਗਿਆ ਤੇ ਡਾਕਟਰਾਂ ਨੇ ਕਿਹਾ ਸੌਰੀ ਵੀ ਕਾਂਟ ਅਲਾਓ ਯੂ ਟੂ ਗੋ, ਔਰ ਨਾ ਉਹਨਾਂ ਕੋਲ ਤੁਰ ਹੋਇਆ ਤੇ 8 ਮਹੀਨੇ ਬਾਅਦ ਉਹਨਾਂ ਦੀ ਫਿਰ ਡੈਥ ਹੋ ਗਈ। ਤੋ ਵੈਰੀ ਅਨਫੋਰਚੂਨੇਟ ਕਿ ਉਸ ਬੱਚੇ ਦੀ ਦੇਖੋ 20s ਦੇ ਵਿੱਚ ਐਡੀ ਵੱਡੀ ਸੋਚ ਹੋਣੀ
ਤੇ ਅਸੀਂ ਜ਼ਿੰਦਗੀ 'ਚ ਕੋਈ ਐਸਾ ਰੱਬ ਨੇ ਸਾਡੇ ਕੋਲ ਕੁਝ ਲੁਕੋਇਆ ਹੀ ਨਹੀਂ, ਸਾਨੂੰ ਸਭ ਕੁਝ ਦਿੱਤਾ। ਤੇ ਫਿਰ ਕਿਉਂ ਨਾ ਆਪਾਂ ਆਪਣੀ ਜਨਰੇਸ਼ਨ ਦੇ ਵਾਸਤੇ ਵਧੀਆ ਕੌਜ਼ ਲਈ ਕੰਮ ਕਰੀਏ ਜੀ। ਦੁਨੀਆ ਦੇ ਕੰਮਕਾਰ ਪੈਸੇ ਇਕੱਠੇ ਕਰੀ ਜਾਓ, ਕਿੰਨੇ ਕਰ ਲੈਣੇ ਆ। ਅਸੀਂ ਜੋ ਕਰ ਸਕਦੇ ਹਾਂ ਇੱਕ ਸਮਾਜ ਨੂੰ ਵਧੀਆ ਸੇਧ ਦਈਏ, ਇਹ ਸੋਚ ਕੇ ਮੈਂ ਸਾਰਾ ਕੁਝ ਇੱਕ ਪਾਸੇ ਛੱਡ ਕੇ ਮੈਂ ਕਿਹਾ ਨਹੀਂ, ਇਹ ਮੇਰਾ ਪਹਿਲਾ ਮਿਸ਼ਨ ਹੈ ਕਿ ਜਿਸ ਤਰ੍ਹਾਂ ਮੈਂ ਤੜਫਿਆ ਜਾਂ ਮੈਂ ਜਿਹਨਾਂ ਦਰਦਾਂ 'ਚੋਂ ਹੱਲੇ ਵੀ ਥੋੜ੍ਹਾ ਬਹੁਤਾ ਗੁਜ਼ਰ ਰਿਹਾ, ਪਰਮਾਤਮਾ ਕਿਸੇ ਦੇ ਘਰ ਨਾ ਆਉਣ ਤੇ ਸਮਾਜ ਦਾ ਭਲਾ ਹੋਵੇ, ਸਮਾਜ ਕੈਂਸਰ ਫ੍ਰੀ ਹੋਵੇ। ਬਹੁਤ ਬਹੁਤ ਸ਼ੁਕਰੀਆ ਵਿਰਦੀ ਸਾਹਿਬ। ਔਰ ਤੁਸੀਂ ਠੀਕ ਕਿਹਾ ਹੈ, ਲੋਕ ਤੇ ਇੱਕ ਵਾਰੀ ਕੈਂਸਰ ਤੋਂ ਬਚਦੇ ਨਹੀਂ, ਸਰਵਾਈਵ ਨਹੀਂ ਕਰ ਪਾਉਂਦੇ। ਤੁਸੀਂ ਤੇ ਦੋ ਵਾਰੀ ਕੈਂਸਰ ਨਾਲ ਮੱਥਾ ਲਾਇਆ ਹੈ ਔਰ ਕੈਂਸਰ ਨੂੰ ਤੁਸੀਂ ਹਰਾਇਆ ਹੈ। ਤੁਹਾਡੀ ਇਹ ਵੀ ਇੱਕ ਵਿਲ ਹੈ, ਤੇ ਜੇ ਤੁਸੀਂ ਕੈਂਸਰ ਨੂੰ ਹਰਾ ਸਕਦੇ ਹੋ, ਕੋਈ ਕਾਰਨ ਨਹੀਂ ਕਿ ਤੁਸੀਂ ਕੈਨੇਡਾ ਦੇ ਇੱਕ ਸ਼ੋਰ ਤੋਂ ਦੂਜੇ ਸ਼ੋਰ ਤੱਕ ਆਪਣੀ ਮੰਜ਼ਿਲ ਜ਼ਰੂਰ ਤੈਅ ਕਰੋਗੇ ਔਰ ਇੱਕ ਨਵਾਂ ਇਤਿਹਾਸ ਰਚੋਗੇ। ਤਾਂ ਮੈਂ ਤੁਹਾਨੂੰ ਪੁੱਛ ਰਿਹਾ ਸੀ, ਕੋਈ ਆਈਡੀਆ ਹੈ ਤੁਹਾਨੂੰ ਕਿੰਨੇ ਕਿਲੋਮੀਟਰ ਹੈ ਔਰ ਕਿੰਨੇ ਦਿਨਾਂ 'ਚ ਤੁਸੀਂ ਸਮਾਪਤ ਕਰਨੀ ਹੈ ਪੂਰੀ ਆਪਣੀ ਯਾਤਰਾ? ਇਹ ਯਾਤਰਾ ਜੀ ਕੈਨੇਡਾ ਦੇ 13 ਸ਼ਹਿਰਾਂ ਦੇ ਵਿੱਚੋਂ, ਇੱਥੋਂ ਸੈਂਟ ਜੌਨ ਤੋਂ ਲੈ ਕੇ ਹੁਣ ਅੱਜ ਸ਼ਾਮ ਨੂੰ ਅਸੀਂ 9 ਵਜੇ ਹੈਲੀਫੈਕਸ ਪਹੁੰਚ ਰਹੇ ਹਾਂ। 13 ਸਿਟੀ ਜਿਹੜੇ ਆ ਇੱਥੋਂ ਹੈਲੀਫੈਕਸ ਤੋਂ ਸ਼ਾਰਲਟਾਊਨ, ਫਿਰ ਫ੍ਰੈਡਰਿਕਟਨ, ਦੈਨ ਕਿਊਬਿਕ ਸਿਟੀ, ਮੌਂਟਰੀਅਲ, ਆਟਵਾ, ਟੋਰਾਂਟੋ, ਦੈਨ ਵਿਨੀਪੈਗ, ਰੇਜੀਨਾ, ਕੈਲਗਰੀ, ਐਡਮਿੰਟਨ, ਤੇ ਫਿਰ ਉਸ ਤੋਂ ਬਾਅਦ ਮੈਂ BC 'ਚ ਐਬਸਫੋਰਡ, ਸਰੀ, ਡੈਲਟਾ ਤੇ ਵੈਨਕੂਵਰ ਪਹੁੰਚਣਾ ਹੈ। ਔਰ ਜੂਨ 9 ਨੂੰ ਉੱਥੇ ਵਾਪਸ ਪਹੁੰਚਣ ਦਾ ਪ੍ਰੋਗਰਾਮ ਬਣਾਇਆ। ਕਰੀਬ 26 ਦਿਨ ਦਾ ਪ੍ਰੋਗਰਾਮ ਹੈ ਤੇ 13 ਨੂੰ 2 ਨਾਲ ਤੁਸੀਂ ਕਰ ਲਓ ਕਿ ਐਵਰੀ ਡੇ ਜੇ 2 ਦਿਨ ਹਰ ਸ਼ਹਿਰ ਦੇ ਵਾਸਤੇ ਮੈਂ ਦੇ ਰਿਹਾ, ਜਿੰਨੀ ਕੁ ਮੇਰੀ ਬੋਡੀ ਅਲਾਓ ਕਰਦੀ ਹੈ। ਤੇ ਕੱਲ ਮੈਂ ਜਿਹੜਾ ਇੱਥੇ ਕਰੀਬ 13 ਕਿਲੋਮੀਟਰ ਚੱਲਿਆ, ਹੁਣ ਸਵੇਰੇ 4 ਘੰਟੇ ਵਾਕ ਕੀਤੀ ਹੈ ਤੇ 13 ਕਿਲੋਮੀਟਰ ਦੇ ਕਰੀਬ ਹੁਣ ਕਰ ਚੁੱਕਾ ਹਾਂ। ਤੇ ਹੁਣ ਏਅਰਪੋਰਟ ਜਾਣਾ ਤੇ ਮੈਨੂੰ 4 ਘੰਟੇ ਲੱਗਣੇ ਆ। ਮੈਂ ਵਾਕ ਕਰ ਰਿਹਾ ਇਸ ਵੇਲੇ। 15 ਕਿਲੋਮੀਟਰ ਦਾ ਕਰੀਬ ਹੋਰ ਟਾਰਗੇਟ ਹੈ। ਰੋਜ਼ ਦਾ 25 ਕਿਲੋਮੀਟਰ ਲਾ ਕੇ ਤੁਸੀਂ ਚੱਲੋ ਤੇ 600 ਤੋਂ 650 ਕਿਲੋਮੀਟਰ ਦੇ ਕਰੀਬ ਮੇਰਾ ਵਾਕ ਕਰਨ ਦਾ ਪਲਾਨ ਹੈ। ਚਲੋ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਤੁਸੀਂ ਅਗਰ ਟੋਰਾਂਟੋ ਆਓਗੇ, ਲੰਘੋਗੇ ਟੋਰਾਂਟੋ 'ਚੋਂ, ਮਿਲਿਓ ਜ਼ਰੂਰ, ਆਇਓ ਇੱਥੇ ਸਟੂਡੀਓ ਆਇਓ, ਤੁਹਾਡਾ ਅਸੀਂ ਵੈਲਕਮ ਕਰਾਂਗੇ। ਜੋ ਤੁਹਾਡਾ ਪਲਾਨ ਹੈ ਸਾਨੂੰ ਤੁਸੀਂ ਦੱਸਦੇ ਜਾਣਾ। ਔਰ ਕਿਵੇਂ ਤੁਹਾਨੂੰ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਜਾਂ ਅਸੀਂ ਇਹ ਵੀਡੀਓ, ਕਿਉਂਕਿ ਉਹਦੇ 'ਚ ਵੀ ਪਾਣੀ ਅੱਗੇ ਚੱਲ ਕੇ YouTube 'ਤੇ ਵੀ, ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕਰਨੀ ਹੈ, ਤੇ ਕਿਵੇਂ ਸਾਡੇ ਜਿਹੜੇ ਭੈਣ ਭਰਾ ਤੁਹਾਨੂੰ ਮਦਦ ਕਰ ਸਕਦੇ ਆ, ਉਹਨਾਂ ਤੋਂ, ਬਾਕੀਆਂ ਤੋਂ ਕੀ ਉਮੀਦ ਕਰਦੇ ਹੋ ਤੁਸੀਂ? ਦੇਖੋ ਜੀ, ਸਾਰੇ ਭੈਣ ਭਰਾ, ਮੇਰਾ ਇੱਕ GoFundMe ਪੇਜ ਬਣਿਆ ਹੋਇਆ। ਅੱਛਾ ਜੀ। ਮੈਂ ਉਹ ਲੀਫਲੈਟ ਤੁਹਾਡੇ ਨਾਲ ਸ਼ੇਅਰ ਕੀਤਾ ਹੈ। ਤੁਸੀਂ ਉਹਨੂੰ ਗਾਂ ਆਪਣੇ ਸੋਸ਼ਲ ਮੀਡੀਆ ਤੇ ਸਾਰੇ ਭੈਣ ਭਰਾ ਗਾਂ ਤੋਂ ਗਾਂ ਕਰਨ। ਮੇਰੇ ਜਿਹੜੇ ਗਰੁੱਪ ਦੇ ਵਿੱਚ ਮੈਂ ਉਹ GoFundMe ਪੇਜ ਜੋ ਹੈ ਉਹ ਸਾਰੀ ਪ੍ਰੋਸੀਡ ਜਾਣੀ ਹੈ ਜੀ ਕੈਂਸਰ ਫਾਊਂਡੇਸ਼ਨ ਨੂੰ ਰਿਸਰਚ ਵਾਸਤੇ। ਤੇ ਜਾਂ ਮੈਨੂੰ ਗੁਰਦੁਆਰਾ ਨਾਲ ਸਪਾਂਸਰ ਕਰ ਰਿਹਾ ਹੈ, ਦੁੱਖ ਨਿਵਾਰਨ ਗੁਰਦੁਆਰਾ ਸਾਹਿਬ, ਉਹਦੇ ਨਾਂ ਤੇ ਚੈੱਕ ਕੱਟ ਕੇ ਦਿੱਤਾ ਜਾ ਸਕਦਾ ਹੈ। ਅਗਰ ਟ੍ਰਾਂਸਫਰ ਕਰਨਾ ਹੈ ਤੇ ਉਹ ਗੁਰਦੁਆਰੇ ਨੂੰ ਜਾਏਗਾ। ਮੇਰੀ ਪੈਸੇ ਦੇ ਵਿੱਚ ਕੋਈ ਵੀ ਇਨਵੋਲਵਮੈਂਟ ਵਿੱਚ ਨਹੀਂ ਹੋਏਗੀ। ਤੇ info@dukhnivaran.ca info@dukhnivaran DUKHNIVARAN.ca। ਇਹ W ਨਾਲ ਨਹੀਂ, G ਨਾਲ ਨਿਵਾਰਨ ਹੈ। ਇੱਥੇ ਜੋ ਭੈਣ ਭਰਾ ਚਾਹਣ ਉਹ ਕਰ ਸਕਦੇ ਆ। ਹਰ ਭੈਣ ਭਰਾ ਚਾਹੇ $1 ਕਰੇ, ਚਾਹੇ 5 ਕਰੇ, ਚਾਹੇ 10 ਕਰੇ, 20 ਕਰੇ, ਇਹ ਅਰਦਾਸ ਕਰਕੇ ਡੋਨੇਸ਼ਨ ਪਾਵੇ ਕਿ ਪਰਮਾਤਮਾ ਕੈਂਸਰ ਮੇਰੇ ਪਰਿਵਾਰ ਵਿੱਚ ਜਾਂ ਮੇਰੇ ਕਿਸੇ ਜਾਣ ਪਛਾਣ ਦੇ ਲਾਗੇ ਵੀ ਨਾ ਲੱਗੇ ਤੇ ਦੁਨੀਆ ਤੋਂ ਇਸ ਦਾ ਖਾਤਮਾ ਹੋਵੇ, ਸੰਸਾਰ ਕੈਂਸਰ ਮੁਕਤ ਹੋਵੇ। ਬਹੁਤ ਬਹੁਤ ਸ਼ੁਕਰੀਆ ਵਿਰਦੀ ਸਾਹਿਬ। ਤੁਹਾਡੀਆਂ ਇਹ ਜਿਹੜੀਆਂ ਦੁਆਵਾਂ ਕਬੂਲ ਜ਼ਰੂਰ ਹੋਣਗੀਆਂ। ਸੱਚੇ ਮਨ ਨਾਲ ਤੁਸੀਂ ਇਹ ਦੁਆਵਾਂ ਕਰ ਰਹੇ ਹੋ ਔਰ ਇੱਕ ਬੜਾ ਵੱਡਾ ਕੌਜ਼ ਲੈ ਕੇ ਚੱਲੇ ਹੋ। ਔਰ ਸਾਡੀ ਕਮਿਊਨਿਟੀ ਨੂੰ ਵੀ ਤੁਹਾਡੇ ਤੇ ਮਾਣ ਹੈ, ਕਿਉਂਕਿ ਆਪਣੇ ਲੋਕ, ਜਿੱਥੇ ਤੁਸੀਂ ਕਿਹਾ ਹੈ ਕਿ ਬਹੁਤੇ ਅਸੀਂ ਕੰਮਾਂ ਕਾਰਾਂ 'ਚ ਪੈਸਾ ਬਣਾਉਣ 'ਚ ਬਿਜ਼ੀ ਰਹਿੰਦੇ ਹਾਂ, ਲੇਕਿਨ ਇਸ ਮੁਲਕ 'ਚ ਆ ਕੇ ਦੇਖੋ ਤੁਸੀਂ ਕਿੰਨਾ ਤੁਹਾਡਾ ਵੱਡਾ ਟ੍ਰੀਟਮੈਂਟ ਹੋਇਆ, ਕਿੰਨਾ ਮਹਿੰਗਾ ਟ੍ਰੀਟਮੈਂਟ ਹੋਇਆ। ਇੰਡੀਆ ਵਰਗੇ ਮੁਲਕ 'ਚ ਤਾਂ ਕੋਈ ਸੋਚ ਨਹੀਂ ਸਕਦਾ ਕਿ ਇਹ ਕੋਈ ਗਰੀਬ ਆਦਮੀ ਕੀ, ਕੋਈ ਅਮੀਰ ਤੋਂ ਅਮੀਰ ਬੰਦਾ ਵੀ ਇਹੋ ਜਿਹਾ ਇੰਨਾ ਮਹਿੰਗਾ ਟ੍ਰੀਟਮੈਂਟ ਅਫੋਰਡ ਨਹੀਂ ਕਰ ਸਕਦਾ, ਸੋਚ ਨਹੀਂ ਸਕਦਾ। ਤਾਂ ਇੱਕ ਉਹ ਵੀ ਭਾਗਾਂ ਵਾਲੇ ਆ ਕਿ ਕੈਨੇਡਾ ਨੇ ਸਾਨੂੰ ਇੱਥੇ ਆ ਕੇ ਕੀ ਕੁਝ ਫੈਸਿਲਿਟੀਆਂ ਮਿਲੀਆਂ। ਲੇਕਿਨ ਸਾਡਾ ਫਰਜ਼ ਬਣਦਾ ਇਸ ਸਮਾਜ ਦੇ ਵਿੱਚ ਜਿੰਨਾ ਵੀ ਯੋਗਦਾਨ ਪਾ ਸਕੀਏ ਜ਼ਰੂਰ ਪਾਈਏ। ਔਰ ਤੁਸੀਂ ਟੈਰੀ ਫੌਕਸ ਦੀ ਗੱਲ ਕੀਤੀ ਹੈ। ਸਾਡੇ ਇੱਕ ਮਿੱਤਰ ਨੇ, ਮੇਰੇ ਬਹੁਤ ਅੱਛੇ ਦੋਸਤ DP ਸਿੰਘ ਹੋਰੀ, ਤਾਂ ਉਹ ਇੰਡੀਆ ਦੇ ਵਿੱਚ ਉਹਨਾਂ ਦੀ ਇੱਦਾਂ ਹੀ ਕਿਸੇ ਕਾਰਗਿਲ ਵਾਰ ਦੇ ਵਿੱਚ ਲੱਤ ਜਿਹੜੀ, ਇਸ ਤਰ੍ਹਾਂ ਟੈਰੀ ਫੌਕਸ ਦੀ ਲੱਤ ਉੱਡ ਗਈ ਸੀ, ਉਹਦੀ ਲੱਤ ਚਲੀ ਉੱਡ ਗਈ। ਔਰ ਉਹ ਵੀ ਇਸ ਤਰ੍ਹਾਂ ਹੀ ਨਕਲੀ ਲੱਤ ਦੇ ਨਾਲ ਲਾ ਕੇ ਦੌੜਦੇ ਆ ਮੈਰਾਥਨ। ਅਤੇ ਮੇਰੀ ਇੱਕ ਵਾਰੀ ਇੰਟਰਵਿਊ ਕੀਤੀ, ਤਾਂ ਤੁਹਾਡੀ ਇੰਟਰਵਿਊ ਕਰ ਰਿਹਾ, ਅਤੇ ਉਹ ਮੈਂ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਮੇਰਾ ਡਰੀਮ ਹੈ ਮੈਂ ਟੈਰੀ ਫੌਕਸ ਰਨ ਦੇ ਵਿੱਚ ਹਿੱਸਾ ਲੈਣਾ ਹੈ। ਅਤੇ ਮੈਂ ਉਹਨਾਂ ਨੂੰ ਫਿਰ ਸਪੋਂਸਰ ਕੀਤਾ ਪ੍ਰਵਾਸੀ ਵੱਲੋਂ, ਟਿਕਟ ਖਰਚੀ, ਵੀਜ਼ਾ ਲੱਗਾ, ਉਹ ਇੱਥੇ ਆਏ। ਆਰਮੀ ਦੇ ਸਾਬਕਾ ਉਹ ਮੇਜਰ ਸਨ, ਹੁਣ ਤੇ ਉਹ ਕਿਤੇ ਬਹੁਤ ਉੱਚੇ ਅਹੁਦੇ 'ਤੇ ਪਹੁੰਚੇ ਹੁੰਦੇ।
ਲੇਕਿਨ ਐਨੀਵੇ ਉਹ ਆਏ ਇੱਥੇ ਔਰ ਦੇਖੋ ਉਹਨਾਂ ਦੀ ਕਿਸਮਤ ਕਿ ਉਹ ਜਿੱਥੇ ਦੌੜੇ ਉਸ ਵਾਰੀ ਟੈਰੀ ਫੌਕਸ ਰਨ ਦੇ ਦੌਰਾਨ ਸਾਡੀ ਪ੍ਰੀਮੀਅਰ ਹੁੰਦੀ ਸੀ ਕੈਥਰੀਨ ਵੇਨ, ਉਹ ਉੱਥੇ ਦੌੜ ਰਹੀ ਸੀ, ਚਲੋ ਉਹ ਤੇ ਸੀ, ਔਰ ਉੱਥੇ ਟੈਰੀ ਫੌਕਸ ਦੇ ਮਦਰ ਫਾਦਰ ਵੀ ਆਏ ਹੋਏ ਸੀ। ਜੀ ਜੀ ਉਹਨਾਂ ਨੇ ਉਹਨਾਂ ਨੂੰ ਫਿਰ ਡੀਪੀ ਸਿੰਘ ਉਹਨਾਂ ਨੂੰ ਆਸ਼ੀਰਵਾਦ ਦਿੱਤਾ। ਉਹ ਆਪਣੇ ਬੰਗਲਾ ਸਾਹਿਬ ਗੁਰਦੁਆਰੇ ਤੋਂ ਦਿੱਲੀ ਤੋਂ ਸਰੋਪਾ ਲੈ ਕੇ ਆਏ ਸੀ ਮੇਰੇ ਵਾਸਤੇ, ਮੇਰਾ ਥੈਂਕ ਯੂ ਕਰਨ ਵਾਸਤੇ ਅਰਦਾਸ ਕਰਕੇ ਆਏ ਸੀ। ਉਹੀ ਸਰੋਪਾ ਸੀ ਟੈਰੀ ਫੌਕਸ ਦੇ ਮਦਰ ਫਾਦਰ ਦੇ ਗੱਲ ਪਾ ਦਿੱਤਾ ਤੇ ਉਹਨਾਂ ਨੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਤੇ ਉਹ ਅੱਖਾਂ 'ਚ ਹੰਝੂ ਭਰ ਕੇ ਇੰਨੇ ਕੋ ਖੁਸ਼ ਹੋਏ। ਜਿਸ ਤਰ੍ਹਾਂ ਤੁਹਾਡਾ ਇੱਕ ਆਈਕਨ ਹੈ, ਰੋਲ ਮਾਡਲ ਹੈ ਟੈਰੀ ਫੌਕਸ, ਉਸ ਤਰ੍ਹਾਂ ਉਹਨਾਂ ਦਾ ਵੀ ਹੈ। ਤੇ ਉਹ ਇੰਡੀਆ 'ਚ ਹੁਣ ਮੈਰਾਥਨ ਦੌੜਦੇ ਨੇ ਨਕਲੀ ਲੱਤ ਦੇ ਨਾਲ, ਉਹ ਪਹਿਲੇ ਬੰਦੇ ਆ ਜਿਹੜੇ ਮੈਰਾਥਨ ਰਨਰ ਬਣੇ ਆ ਇੰਡੀਆ ਦੇ ਵਿੱਚ। ਐਨੀਵੇ ਤੋਂ ਇਸ ਤਰ੍ਹਾਂ ਕਰਕੇ ਟੈਰੀ ਫੌਕਸ ਨੇ ਬੜੇ ਲੋਕਾਂ ਨੂੰ ਦੁਨੀਆ 'ਚ ਇੰਸਪਾਇਰ ਕੀਤਾ ਹੈ ਤੇ ਉਹਨਾਂ ਦੀ ਜਿਹੜੀ ਸੰਸਥਾ ਹੈ ਇਸ ਵੇਲੇ ਆਈ ਥਿੰਕ 600-700-800 ਮਿਲੀਅਨ ਡਾਲਰ, ਮੈਨੂੰ ਐਗਜ਼ੈਕਟ ਅਮਾਊਂਟ ਨਹੀਂ ਪਤਾ, ਪਰ ਹੁਣ ਤੱਕ ਉਹ ਜਿਹੜਾ ਮਿਸ਼ਨ ਸੀ ਟੈਰੀ ਫੌਕਸ ਦਾ ਐਡਾ ਵੱਡਾ ਹੋ ਚੁੱਕਾ ਹੈ ਕਿ ਦੁਨੀਆ ਭਰ ਦੇ ਵਿੱਚ ਟੈਰੀ ਫੌਕਸ ਦੇ ਉਹ ਜਿਹੜੀ ਦੌੜ ਜਿਹੜੀ ਹੈ ਉਹ ਰਨ ਉਸ ਦਿਨ ਹੁੰਦੀ ਹੈ ਆਲ ਓਵਰ ਵਰਲਡ ਦੇ ਵਿੱਚ, ਮੁਲਕਾਂ 'ਚ ਹੁੰਦੀ ਹੈ, ਨਾਟ ਓਨਲੀ ਕੈਨੇਡਾ ਦੇ ਵਿੱਚ, ਤਾਂ ਸਾਰੇ ਵਰਲਡ ਦੇ ਵਿੱਚ ਉਹਦਾ ਨਾਮ ਹੁਣ ਚਲਾ ਗਿਆ। ਤੇ ਇਸ ਤਰ੍ਹਾਂ ਲੋਕ ਇਤਿਹਾਸ ਰਚਦੇ ਆ, ਤੁਸੀਂ ਵੀ ਇਤਿਹਾਸ ਹੀ ਰਚ ਰਹੇ ਹੋ। ਔਰ ਮੇਰੇ ਖਿਆਲ ਤੁਹਾਡੇ ਨਾਲ ਤੁਹਾਡਾ ਭਾਂਜਾ ਹੈ ਜਿਹੜਾ ਤੁਹਾਡੀ ਹੈਲਪ ਨਾਲ ਤੁਹਾਡੇ ਇਸ ਵੇਲੇ ਚੱਲ ਰਿਹਾ ਹੈ। ਹਾਂਜੀ ਬਿਲਕੁਲ ਜੀ, ਹੀ ਇਜ਼ ਵੈਰੀ ਮੈਚੁਰਡ ਪਰਸਨ ਤੇ ਉਹ ਡਰਾਈਵ ਕਰ ਰਿਹਾ, ਪਿੱਛੇ ਮੇਰੇ ਆ ਰਹੇ ਆ ਜਾਂ ਵਿੱਚੋਂ ਅੱਗੇ ਨਿਕਲ ਜਾਂਦੇ ਆ ਤੇ ਕੋਈ ਮੈਨੂੰ ਲੋੜ ਨਾ ਪਵੇ, ਪਾਣੀ ਦੀ ਵਿੱਚ ਲੋੜ ਹੈ ਉਹ ਕੋਈ ਲੈ ਲੈਂਦੇ ਆ ਤੇ ਮੇਰੇ ਨਾਲ ਕੰਪਨੀ ਕਰ ਰਹੇ ਆ। ਤੋ ਇੱਕ ਤੋਂ ਅਸੀਂ 2 ਕੰਪਨੀ ਜਾਣਿਆਂ ਨੇ ਕੰਪਨੀ ਤੋਂ ਸ਼ੁਰੂ ਕੀਤਾ ਹੈ ਮਿਲ ਕੇ ਤੇ ਹੋਪਫੁਲੀ ਬਹੁਤ ਵੱਡਾ ਕਾਫਲਾ ਬਣ ਜਾਏਗਾ ਇਹ ਟੋਰਾਂਟੋ ਤੱਕ ਆਉਂਦੇ ਜ਼ਰੂਰ ਬਣੇਗਾ। ਔਰ ਤੁਸੀਂ ਹੈਲੀਫੈਕਸ ਜਾਣਾ, ਮੇਰੇ ਖਿਆਲ 'ਚ ਉੱਥੇ ਹੁੰਦਲ ਸਾਹਿਬ ਨੇ ਸਾਡੇ ਬੜੇ ਅੱਛੇ ਮਿੱਤਰ, ਮੈਨੂੰ ਲੱਗਦਾ ਕਿ ਤੁਸੀਂ ਪਹਿਲਾਂ ਵੀ ਇਨ ਟੱਚ ਉਹਨਾਂ ਨਾਲ ਹੋ ਚੁੱਕੇ ਹੋ, ਭੈਣ ਜੀ ਹੋਰੀ ਨਾ ਉੱਥੇ ਸਿਮਰ ਕੌਰ ਹੁੰਦਲ ਹੋਰੀ, ਔਰ ਅਸੀਂ ਉਹ ਗੁਰਦੁਆਰਾ ਸਾਹਿਬ ਬਣ ਰਿਹਾ ਉਸ 'ਚ ਉਹਨਾਂ ਦੀ ਹੈਲਪ ਕਰ ਰਹੇ ਹਾਂ, ਜੋ ਵੀ ਯੋਗਦਾਨ ਪਾ ਰਹੇ ਹਾਂ। ਉਹਨਾਂ ਨੂੰ ਤੁਸੀਂ ਮਿਲਣਾ ਹੀ ਹੈ ਮੇਰੇ ਖਿਆਲ ਦੇ ਵਿੱਚ ਹੈਲੀਫੈਕਸ ਜਾ ਕੇ। ਹਾਂਜੀ ਅੱਜ ਜਾ ਰਹੇ ਰਾਤ ਨੂੰ ਜੀ, ਉਹਨਾਂ ਨਾਲ ਮੇਰੀ ਗੱਲ ਹੋ ਗਈ ਹੈ ਤੇ ਕੱਲ ਸਵੇਰੇ ਉੱਥੇ ਉਹਨਾਂ ਨੇ ਰੂਟ ਬਣਾ ਕੇ ਦੇਣਾ ਤੇ ਫਿਰ ਉਸ ਜਗ੍ਹਾ ਵਾਕ ਕਰਨੀ ਹੈ ਜੀ ਜਿੱਥੇ ਕਿ ਉਹ ਰੂਟ ਬਣਾਉਣਗੇ। ਸਾਰਾ ਇਹ ਉਹਨਾਂ ਭੈਣ ਆਪਣਾ ਮਤ ਹੈ, ਜਿੱਥੇ ਮੈਨੂੰ ਕਹਿਣਗੇ ਮੈਂ ਉਹਦੇ ਪਿੱਛੋਂ ਦੀ ਵਾਕ ਕਰਦਾ ਹੋਇਆ ਜਾਵਾਂਗਾ। ਚਲੋ ਜੀ, ਆਟਵਾ ਦੇ ਵਿੱਚ ਵੀ ਸਾਡੇ ਕੁਝ ਲਿਸਨਰ ਪ੍ਰੋਗਰਾਮ ਸੁਣ ਰਹੇ ਨੇ ਇਸ ਵੇਲੇ, ਮੌਂਟਰੀਅਲ 'ਚ ਵੀ ਸੁਣ ਰਹੇ ਨੇ, ਤਾਂ ਜਿੱਥੇ ਕਿਤੇ ਵੀ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਹੁੰਦਲ ਸਾਹਿਬ ਨਾਲ ਸੰਪਰਕ ਕਰਨਾ ਹੋਵੇ, ਆਪਣਾ ਨੰਬਰ ਵੀ ਬੋਲ ਦਿਓ ਜਰਾ। ਬਿਲਕੁਲ ਜੀ, ਮੈਨੂੰ ਆਟਵਾ ਵਿੱਚ ਜੇ ਕਿਊਬਿਕ ਸਿਟੀ ਵਿੱਚ ਕਿਤੇ ਭੈਣ ਭਰਾ ਪੰਜਾਬੀ ਹੈਗੇ ਆ, ਮੌਂਟਰੀਅਲ 'ਚ ਜਿੱਥੇ ਵੀ ਨੇ, ਮੇਰਾ ਫੋਨ ਨੰਬਰ ਨੋਟ ਕਰੋ। ਮੈਨੂੰ ਜ਼ਰੂਰ ਹੈਲਪ ਦੀ ਲੋੜ ਹੈ, ਜਿੱਥੇ ਵੀ ਮੈਂ ਪਹੁੰਚਾਂ ਜੇ ਮੈਨੂੰ ਰੂਟ ਦੱਸਣ, ਕਿਉਂਕਿ ਮੈਂ ਪਹਿਲਾਂ ਬਹੁਤ ਸਾਰੇ ਸਿਟੀ 'ਚ ਨਹੀਂ ਆਇਆ, ਟੋਰਾਂਟੋ 'ਚ ਮੈਂ 4-5 ਵਾਰ ਆ ਚੁੱਕਾ। तो मेरा फोन है 604-725-3340 या 604-725-3340 ਕਿਸੇ ਵੇਲੇ ਵੀ ਮੈਨੂੰ ਫੋਨ ਕਰ ਸਕਦੇ ਆ ਫਰੈਂਡ। ਲੋ ਜੀ, ਇਹਨਾਂ ਦਾ ਨਾਮ ਹੈ ਜੀ ਅਵਤਾਰ ਸਿੰਘ ਵਿਰਦੀ, ਬ੍ਰਿਟਿਸ਼ ਕੋਲੰਬੀਆ ਤੋਂ ਇਹਨਾਂ ਨੇ ਆਪਣਾ ਉੱਥੋਂ ਆਏ ਹੈ ਸੇਂਟ ਜੌਨ ਤੋਂ, ਉਸ ਥਾਂ ਤੋਂ ਜਿੱਥੋਂ ਟੈਰੀ ਫੌਕਸ ਨੇ ਆਪਣੀ ਰਨ ਸ਼ੁਰੂ ਕੀਤੀ ਸੀ, ਗਰਾਊਂਡ ਜ਼ੀਰੋ ਜਿਹਨੂੰ ਕਿਹਾ ਜਾਂਦਾ ਹੈ, ਉੱਥੋਂ ਸ਼ੁਰੂਆਤ ਕੀਤੀ ਹੈ। ਇਹ ਹੈਲੀਫੈਕਸ, ਆਟਵਾ, ਮੌਂਟਰੀਅਲ, ਇਸ ਤਰ੍ਹਾਂ ਕਰਦੇ ਕਰਦੇ ਟੋਰਾਂਟੋ ਤੇ ਫਿਰ ਅੱਗੇ ਚੱਲ ਕੇ ਵਿਨੀਪੈਗ, ਰਜਾਈਨਾ, ਐਡਮਿੰਟਨ, ਕੈਲਗਰੀ, ਇਸ ਤਰ੍ਹਾਂ ਕਰਦੇ ਕਰਦੇ ਇਹ ਪਹੁੰਚਣਗੇ BC। ਤੇ ਤੁਸੀਂ ਕਿਸੇ ਵੀ ਸ਼ਹਿਰ ਤੋਂ ਸਾਨੂੰ ਸੁਣ ਰਹੇ ਹੋ, ਮੈਨੂੰ ਪਤਾ ਵਿਨੀਪੈਗ ਤੋਂ ਵੀ ਕੁਝ ਲਿਸਨਰ ਸਾਡੇ ਹੈਗੇ ਆ, ਜਿੱਥੋਂ ਕਿਤੋਂ ਵੀ ਸੁਣ ਰਹੇ ਹੋ, ਇਸ ਵੇਲੇ ਮੇਰੀ ਤੁਹਾਨੂੰ ਇੱਕ ਬੇਨਤੀ ਹੈ, ਇਹਨਾਂ ਨੂੰ ਸੰਪਰਕ ਕਰੋ, ਇਹਨਾਂ ਨੂੰ ਹੱਲਾਸ਼ੇਰੀ ਦਿਓ। 604-725-3340 604-725-3340 ਇਹਨਾਂ ਦਾ ਫ਼ੋਨ ਨੰਬਰ ਹੈ। ਪੈਸੇ ਦੇ ਸਕਦੇ ਹੋ, $10, $5, $7, $100, $50, ਜੋ ਵੀ ਇਹਨਾਂ ਦੀ ਫਾਊਂਡੇਸ਼ਨ, ਜੋ ਵੀ ਇਹਨਾਂ ਨੇ ਕਾਰਜ ਬਣਾਇਆ ਉਹ ਹਿੱਸਾ ਪਾ ਸਕਦੇ ਹੋ। ਬਹੁਤ ਅੱਛੀ ਗੱਲ ਹੈ। ਤੁਹਾਡੀ ਇੱਕ ਜਿਹੜੀ ਸ਼ਾਬਾਸ਼ੀ, ਤੁਹਾਡੀ ਇੱਕ ਹੱਲਾਸ਼ੇਰੀ, ਤੁਹਾਡੀਆਂ ਕੁਝ ਦੁਆਵਾਂ ਵੀ ਇਹਨਾਂ ਲਈ ਬਹੁਤ ਕੰਮ ਕਰਨਗੀਆਂ। ਤਾਂ ਅਵਤਾਰ ਜੀ, ਤੁਹਾਡੇ ਨਾਲ ਅਸੀਂ ਜੁੜਦੇ ਰਵਾਂਗੇ। ਧੰਨਵਾਦ ਜੀ ਸਨੀ ਸਾਹਿਬ, ਤੁਸੀਂ ਖੁਦ ਬੜੀ ਇੱਕ ਸੁਲਝੀ ਹੋਈ ਸ਼ਖਸੀਅਤ ਹੋ। ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਆਪਣੀ ਪਲੇਟਫਾਰਮ ਤੋਂ ਲੋਕਾਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਦਿੱਤਾ। ਚੜ੍ਹਦੀ ਕਲਾ ਚ ਰਹੋ ਵੀਰ ਜੀ, ਵੱਸਦੇ ਰਹੋ ਤੇ ਸਾਰਿਆਂ ਦੇ ਘਰਾਂ 'ਚ ਖੁਸ਼ੀਆਂ ਦੇ ਵੇੜੇ ਬਣੇ ਰਹਿਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ।